प्यारे बच्चों, ਅੱਜ ਅਸੀਂ ਪੰਜਾਬੀ ਦਾ ਪਾਠ 18ਵਾਂ ਕਹੀ ਹੱਸ ਪਈ ਪੜਾਂਗੇ। ਤਾਂ ਚਲੋ ਬੱਚੇ ਸ਼ੁਰੂ ਕਰਦੇ ਹਾਂ। ਮੈਂ ਹੁਣ ਰੁੱਖ ਨਹੀਂ ਵੱਢ ਸਕਦਾ, ਕੁਹਾੜਾ ਬੋਲਿਆ। ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਚੀ ਪੈ ਗਿਆ। ਅਮਰੀਕ ਸਿੰਘ ਅੱਜ ਸਵਖਤੇ ਹੁੰਦਾ ਸਵੇਰ ਦੇ ਵੇਲੇ, ਸਵੇਰੇ ਜਲਦੀ। ਅਮਰੀਕ ਸਿੰਘ ਅੱਜ ਸਵਖਤੇ ਹੀ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣ ਸਾਰ ਹੀ ਉਹ ਡਰ ਗਿਆ। ਪਤਾ ਨਹੀਂ ਕੀ ਸ਼ੈ ਬੋਲਦੀ ਹੈ। ਉਸਦੇ ਡਰ ਨਾਲ ਕੰਬਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ। ਉਹ ਭਬਕ ਹੁੰਦਾ ਹੈ ਡਰ ਕੇ, ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ, ਕੀ ਗੱਲ, ਤੂੰ ਰੁੱਖ ਕਿਉਂ ਨਹੀਂ ਵੱਢ ਸਕਦਾ? ਕੀ ਤੇਰੀ ਧਾਰ ਤਿੱਖੀ ਨਹੀਂ? ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ਵੱਢਣ ਲਈ ਨਹੀਂ, ਕੁਹਾੜਾ ਧੀਰਜ ਨਾਲ ਬੋਲਿਆ। ਮੇਰਾ ਖੇਤ ਹੈ, ਮੇਰੇ ਦਾਦੇ ਦਾ ਲਾਇਆ ਰੁੱਖ ਹੈ, ਤੈਨੂੰ ਦੱਸ ਕੀ ਤਕਲੀਫ ਹੈ? ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ। ਤਕਲੀਫ ਤਾਂ ਭਾਈ ਇਹ ਹੈ ਕਿ ਖੇਤ 'ਚ ਇੱਕੋ ਰੁੱਖ ਰਹਿ ਗਿਆ। ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ, ਆਂਡੇ ਕਿੱਥੇ ਦੇਣਗੇ, ਮੀਂਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ? ਕੁਹਾੜੇ ਨੇ ਨਿੰਮ ਦੇ ਫੁੱਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ। ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਖੇਤ ਦੀ ਵੱਟ ਉੱਤੇ ਬੈਠ ਗਿਆ। ਇੰਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ। ਚੱਲ ਬਈ ਚਾਚਾ, ਤੇਰੇ ਇਸ ਨਿੰਮ ਨੂੰ ਵੱਢ ਸੁੱਟੀਏ। ਸੋਹਣੇ ਨੇ ਆਉਣ ਸਾਰ ਹੀ ਕਹੀ ਨੂੰ ਹੱਥ ਪਾ ਲਿਆ। ਸੋਹਣ ਅਜੇ ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਉਸਦੀਆਂ ਜੜ੍ਹਾਂ ਨੰਗੀਆਂ ਕਰ ਲਈ ਤਿਆਰ ਹੋਇਆ ਸੀ ਕਿ ਕਹੀ ਬੋਲ ਪਈ, ਸੋਹਣ ਸਿਆਂ, ਨਿੰਮ ਦੀਆਂ ਜੜ੍ਹਾਂ ਦੁਆ ਲਿਓ, ਮੈਂ ਮਿੱਟੀ ਨਹੀਂ ਪੁੱਟਣੀ। ਸੋਹਣ ਸਿੰਘ ਨੂੰ ਕੁਝ ਨਾ ਸੁੱਝਿਆ। ਉਹ ਡੋਰ ਭੋਰ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ। ਡੋਰ ਭੋਰ ਹੁੰਦਾ ਹੈਰਾਨ ਹੋ ਕੇ, ਚਾਚਾ ਕਹੀ ਬੋਲਦੀ ਹੈ। ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ। ਬੋਲਦੀ ਹੈ ਕਹੀ, ਤੇਰੀ ਕੰਮ ਕਰਨ ਦੀ ਨੀਂਹ ਨਹੀਂ ਤੇਰੀ। ਆਉਣ ਸਾਰ ਬਹਾਨੇ ਬਣਾਉਣ ਲੱਗ ਪਿਆ। ਦਲੀਪ ਨੇ ਸਿਰ ਉੱਤੇ ਪੱਗ ਲਪੇਟ ਕੇ ਉਸਦੇ ਹੱਥੋਂ ਕਹੀ ਫੜ ਲਈ। ਸੱਚੀ ਮੈਂ ਕਿਤੇ ਝੂਠ ਬੋਲਦਾ? ਮੈਨੂੰ ਆਵਾਜ਼ ਪਈ ਹੈ। ਓਏ ਡਰਾਕਲਾ, ਆ ਜਾ, ਮੈਂ ਦੇਖਦਾ। ਦਲੀਪ ਕਹੀ ਮੋਢੇ ਉੱਤੇ ਰੱਖ ਕੇ ਨਿੰਮ ਕੋਲ ਗਿਆ। ਇੰਨੇ ਨੂੰ ਕਹੀ ਬੋਲ ਪਈ, ਦਲੀਪ ਭਾਈ ਚਲਾਈ ਨਾ, ਮੈਂ ਨਹੀਂ ਪੁੱਟਣੀ ਮਿੱਟੀ। ਆ ਜਾ ਭਾਈ ਦਲੀਪ। ਪਹਿਲਾਂ ਕੁਹਾੜੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ। ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ, ਪਰ ਹੁਣ ਕਹੀ ਨੇ ਵੀ ਜਵਾਬ ਦੇ ਦਿੱਤਾ। ਬਸ ਚਾਚਾ, ਹੁਣ ਤਾਂ ਨਿੰਮ ਹੀ ਬੋਲਣੀ ਰਹਿ ਗਈ। ਬਈ ਮੈਨੂੰ ਨਾ ਵੱਢਿਓ, ਸੋਹਣ ਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ। ਸੋਹਣ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਨਿੰਮ ਬੋਲ ਪਈ, ਹਾਂ ਭਾਈ ਸੋਹਣ, ਮੈਨੂੰ ਨਾ ਵੱਢਿਓ। ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਚਾਚਾ, ਜ਼ਰੂਰ ਕੋਈ ਗੱਲ ਹੈ, ਨਿੰਮ ਵੀ ਗੱਲਾਂ ਕਰਦੀ ਹੈ, ਨਿੰਮ ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਹੈ। ਇੱਥੋਂ ਭੱਜ ਲਓ। ਦਲੀਪ ਤੇ ਸੋਹਣਾ ਭੱਜਣ ਲਈ ਤਿਆਰ ਖੜੇ ਸਨ। ਠਹਿਰੋ ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ। ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸਦੀਆਂ ਬਾਤਾਂ ਵਿੱਚ ਪਸ਼ੂ ਪੰਛੀ ਤੇ ਜਾਨਵਰ ਗੱਲ ਕਰਦੇ ਹੁੰਦੇ ਸਨ, ਪਰ ਕਹੀ, ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰ ਹੀ ਬੋਲਦੇ ਸੁਣਦੇ ਨੇ। ਉਹ ਮੂੰਹ ਵਿੱਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ। ਅਮਰੀਕ ਸਿਆਂ, ਤੇਰੇ ਦਾਦੇ ਬਸੰਤ ਸਿਉ ਨੇ ਖੇਤ ਵਿੱਚ 5 ਰੁੱਖ ਲਾਏ ਸਨ। ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ, ਪਰ ਉਹਨਾਂ ਰੁੱਖਾਂ ਦਾ ਥਾਂ ਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰਕੇ ਆ ਗਿਆ ਹੈ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਵ ਜੰਤੂ ਜਿਉਂਦੇ ਨੇ। ਰੁੱਖਾਂ ਤੋਂ ਬਗੈਰ ਉਹਨਾਂ ਸਭਨਾਂ ਦਾ ਕੀ ਬਣੂ? ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ।
ਆ ਜਾਓ ਰੋਟੀ ਖਾ ਲਓ। ਇਹਨੇ ਨੂੰ ਅਮਰੀਕ ਸਿੰਘ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਹੇਕ ਵਿੱਚ ਆਵਾਜ਼ ਸੁਣਾਈ ਦਿੱਤੀ, ਆ ਲੈ ਭਗਵਾਨ ਕੁਰੇ, ਨਿੰਮ ਬੋਲਦੀ ਐ। ਬੇ ਮੈਨੂੰ ਨਾ ਵੱਡੋ। ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ। ਲੈ ਤੁਹਾਨੂੰ ਹਰ ਵਕਤ ਮਖੌਲ ਸੁਝਦੇ ਰਹਿੰਦੇ ਨੇ, ਆਓ ਪਹਿਲਾਂ ਰੋਟੀ ਖਾ ਲਓ। ਭਗਵਾਨ ਕੌਰ ਨੇ ਖਾਲ ਦੀ ਵੱਟ ਉੱਤੇ ਰੋਟੀਆਂ ਵਾਲੀ ਟੋਕਰੀ, ਖਾਲ ਹੁੰਦਾ ਹੈ ਖੇਤ ਦੇ ਕਿਨਾਰਿਆਂ ਨੂੰ ਪਾਉਣ ਲਈ ਵੱਟਾਂ ਦੇ ਵਿਚਕਾਰ ਜਿਹੜੀ ਜਗ੍ਹਾ ਛੱਡੀ ਹੁੰਦੀ ਹੈ ਉਸਨੂੰ ਖਾਲ ਕਹਿੰਦੇ ਹਨ। ਖਾਲ ਦੀ ਵੱਟ ਉੱਤੇ ਰੋਟੀਆਂ ਟੋਕਰੀ ਤੇ ਲੱਸੇ ਵਾਲਾ ਕੁੱਜਾ ਰੱਖਦਿਆਂ ਕਿਹਾ, ਚਾਚੀ ਸੱਚਮੁੱਚ ਨਿੰਮ ਵੀ ਬੋਲਦੀ ਐ। ਤੇ ਕਹੀ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ ਅਸੀਂ ਕੰਨੀ ਸੁਣੇ ਨੇ। ਦਲੀਪ ਤੇ ਸੋਹਣ ਇਕੱਠੇ ਹੀ ਬੋਲ ਪਏ। ਅੱਛਾ ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨ ਕੌਰ ਨਿੰਮ ਦੇ ਕੋਲ ਖੜੇ ਅਮਰੀਕ ਸਿੰਘ ਦੇ ਕੋਲ ਆ ਗਈ। ਲੈ ਮੈਂ ਵੀ ਸੁਣਾ ਭਲਾ ਨਿੰਮ ਕਿਵੇਂ ਬੋਲਦੀ ਹੁੰਦੀ ਐ। ਬੋਲ ਨਿੰਮੇ ਬੋਲ। ਭਗਵਾਨ ਕੌਰ ਖਿੜ-ਖਿੜ ਹੱਸ ਰਹੀ ਸੀ। ਭਗਵਾਨ ਕੌਰੇ ਤੇਰੀ ਸੱਸ ਮੇਰੀਆਂ ਨਿਮੋਲੀਆਂ ਦਾ ਸਾਬਣ ਬਣਾਉਂਦੀ ਸੀ। ਨਿਮੋਲੀਆਂ ਹੁੰਦੀਆਂ ਨਿੰਮ ਨੂੰ ਲੱਗਣ ਵਾਲਾ ਇੱਕ ਫਲ। ਜਦੋਂ ਅਮਰੀਕ ਸਿਉਂ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀਆਂ ਹਰੀਆਂ ਟਹਿਣੀਆਂ ਲਿਜਾ ਕੇ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਾਈ ਸੱਚੀ ਬੋਲਦੀ ਲੱਗਦੀ ਏ ਨਿੰਮ ਤਾਂ। ਉਹ ਡਰ ਕੇ ਨਿੰਮ ਦੇ ਤਣੇ ਤੇ ਹੱਥ ਚੁੱਕਦੀ ਬੋਲੀ, ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਬਾਰੀ ਤੇਰੀਆਂ ਟਾਹੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂੰਹਦਿਆਂ ਹੋਇਆਂ ਬੋਲਦੀ ਰਹੀ, ਨਿੰਮ ਭੈਣੇ ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਾਉਣਾ ਏ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਲਗਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜੀ ਹੋ ਗਈ। ਰੁੱਖਾਂ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਢਣ ਦੇ ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ। ਉਸਨੂੰ ਕਹੀ ਅਤੇ ਕੁਹਾੜੇ ਦੋਹਾਂ ਦਾ ਇਕੱਠੀ ਆਵਾਜ਼ ਸੁਣਾਈ ਦਿੱਤੀ, ਹਾਂ ਇਹ ਗੱਲ ਤਾਂ ਠੀਕ ਹੈ ਭਾਈ। ਜਦ ਮੈਂ ਵਿਆਹੀ ਆਈ ਸੀ ਤਾਂ ਆਹ ਰਾਹ ਦੇ ਦੋਹੀਂ ਪਾਸੇ ਬੇਰੀਆਂ ਦੀ ਪਾਲ ਹੁੰਦੀ ਸੀ। ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ ਖਾਂਦੇ ਖੇਤ ਪਹੁੰਚ ਜਾਂਦੇ। ਘਰਾਂ ਨੂੰ ਮੁੜਦੇ ਹੋਏ ਫੇਰ ਬੇਰਾਂ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਣੇ। ਹੁਣ ਤੇ ਖੇਤਾਂ ਤੋਂ ਪਿੰਡ ਤੱਕ ਰੜਾ ਮੈਦਾਨ ਪਿਆ ਏ। ਸੱਚਮੁੱਚ ਰੁੱਖਾਂ ਤੋਂ ਬਿਨਾਂ ਮੈਨੂੰ ਤਾਂ ਆਪਣੇ ਖੇਤ ਸੁੰਨੇ ਸੁੰਨੇ ਲੱਗਦੇ ਆ ਭਾਈ। ਗੱਲਾਂ ਕਰਦੀ ਕਰਦੀ ਭਗਵਾਨ ਕੌਰ ਆਪ ਉਦਾਸ ਹੋ ਗਈ ਸੀ। ਭਗਵਾਨ ਕੁਰੇ ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਏ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਨੇ ਰੁੱਖ ਵੱਢ ਕੇ ਆਰਿਆਂ ਵਾਲਿਆਂ ਨੂੰ ਵੇਚ ਦਿੱਤੇ ਨੇ। ਸਾਡੇ ਵਾਂਗੂ ਸਾਰੇ ਲੋਕੀ ਸਵਾਰਥੀ ਹੋ ਗਏ ਨੇ। ਅਮਰੀਕ ਸਿੰਘ ਦੇ ਬੋਲਾਂ ਵਿੱਚ ਦੀ ਉਦਾਸੀ ਭਰੀ ਹੋਈ ਸੀ। ਚਾਚਾ ਮੈਨੂੰ ਨਿੰਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਨੇ। ਮਾਸਟਰ ਜੀ ਕਹਿੰਦੇ ਹੁੰਦੇ ਸੀ, ਜੇ ਧਰਤੀ ਉੱਤੇ ਰੁੱਖ ਨਾ ਰਹੇ ਤਾਂ ਧਰਤੀ ਤੇ ਕੋਈ ਵੀ ਜੀਵ ਜੰਤੂ ਜਿਹੜਾ ਹੈ ਜਿਉਂਦਾ ਨਹੀਂ ਰਹਿ ਸਕਦਾ। ਸੋਹਣਾ ਇੰਨੀ ਗੱਲ ਕਹਿ ਕੇ ਮੱਥੇ ਉੱਤੇ ਹੱਥ ਮਾਰਦਾ ਹੋਇਆ ਖਾਲ ਦੀ ਵੱਟ ਤੇ ਬਹਿ ਗਿਆ। ਓਏ ਆਹੋ ਆਕਸੀਜਨ ਦਿੰਦੇ ਆ ਰੁੱਖ, ਆਕਸੀਜਨ ਨਾਲ ਬੰਦੇ ਜਿਉਂਦੇ ਨੇ। ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਦਲੀਪ ਵੀ ਸੋਹਣ ਦੇ ਕੋਲ ਆ ਕੇ ਬੈਠ ਗਿਆ। ਭਗਵਾਨ ਕੁਰੇ ਮੈਂ ਤਾਂ ਕਹਿੰਦਾ ਬਈ ਸਾਡੇ ਨਾਲੋਂ ਤਾਂ ਕਹੀ ਤੇ ਕੁਹਾੜਾ ਹੀ ਚੰਗੇ ਨੇ। ਜਾਂ ਫਿਰ ਮੇਰਾ ਪੁੱਤ ਗੁਰਦੀਪ ਜਿਸ ਨੇ ਨਿੰਮ ਵੱਢਣ ਤੋਂ ਮੈਨੂੰ ਬੜਾ ਰੋਕਿਆ, ਪਰ ਮੈਂ ਹੀ ਲਾਲਚੀ ਹੋ ਗਿਆ ਸੀ। ਚਾਚਾ ਜਾਪਦਾ ਗੁਰਦੀਪ ਖੇਤ ਵਿੱਚ ਲਾਉਣ ਲਈ ਬੂਟੇ ਲੈ ਕੇ ਆ ਗਿਆ। ਦਲੀਪ ਉੱਠ ਕੇ ਪਿੰਡ ਵੱਲ ਦੇਖਦਾ ਬੋਲਿਆ, ਓਏ ਆਹੋ ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਗਿਆ ਸੀ ਗੁਰਦੀਪ ਬਈ ਬੂਟੇ ਲਾਉਣ ਲਈ ਟੋਏ ਪੁੱਟ ਰੱਖਿਓ। ਉਹ ਕਹਿੰਦਾ ਸੀ ਕਿ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਜਿੰਨੇ ਸਾਲ ਉਮਰ ਦੇ ਓਨੇ ਰੁੱਖਾਂ ਦੇ ਬੂਟੇ। ਨਿੰਮ ਭੈਣ ਦੇਖ ਲੈ ਮੇਰੇ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਹੈ। ਨਿੰਮ ਵੱਲ ਮੂੰਹ ਕਰਕੇ ਭਗਵਾਨ ਕੌਰ ਨੇ ਦੋਵੇਂ ਹੱਥ ਜੋੜੇ। ਚੱਲ ਬਈ ਦਲੀਪ ਬੂਟੇ ਲਾਉਣ ਲਈ ਟੋਏ ਪੁੱਟਣੇ ਸ਼ੁਰੂ ਕਰੀਏ। ਅਮਰੀਕ ਸਿੰਘ ਨੇ ਗੁਰਦੀਪ ਨੂੰ ਬੂਟੇ ਚੁੱਕੀ ਆਉਂਦਿਆਂ ਦੇਖ ਕੇ ਕਿਹਾ। ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਖਿੜ-ਖਿੜ ਹੱਸਣ ਲੱਗ ਪਈ। ਬੱਚਿਓ ਸਾਨੂੰ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਜੇਕਰ ਅਸੀਂ ਇੱਕ ਰੁੱਖ ਪੁੱਟਦੇ ਹਾਂ ਤਾਂ ਸਾਨੂੰ ਉਸਦੀ ਥਾਂ 4 ਰੁੱਖ ਲਗਾਉਣੇ ਚਾਹੀਦੇ ਹਨ, ਕਿਉਂਕਿ ਰੁੱਖਾਂ ਤੋਂ ਬਿਨਾਂ ਜਿਹੜੇ ਪੰਛੀ ਆ
ਉਹਨਾਂ ਨੂੰ ਰਹਿਣ ਲਈ ਥਾਂ ਨਹੀਂ ਮਿਲੇਗਾ ਤੇ ਮੀਂਹ ਪਾਣੀ ਵਿੱਚ ਉਹਨਾਂ ਨੂੰ ਛੁਪਣ ਲਈ ਜਗ੍ਹਾ ਨਹੀਂ ਮਿਲੇਗੀ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਅੱਗੇ ਹੈ ਬੱਚਿਓ ਕਹੀ ਹੱਸ ਪਈ ਪਾਠ ਦਾ ਅਭਿਆਸ। ਔਖੇ ਸ਼ਬਦਾਂ ਦੇ ਅਰਥ। ਸਵਖਤੇ ਸਵੇਰ ਵੇਲੇ, ਬੇਰੋਕ ਰੋਕੇ ਬਿਨਾ, ਭਬਕ ਕੇ ਹੁੰਦਾ ਹੈ ਡਰ ਕੇ, ਭੋਰ ਭੋਰ ਹੋਣਾ, ਡੋਰ ਭੋਰ ਹੋਣਾ ਹੈਰਾਨ ਹੋ ਜਾਣਾ, ਸਪਸ਼ਟ ਸਾਫ਼ ਸਾਫ਼, ਖਾਲ ਖੇਤਾਂ ਵਿੱਚ ਕਿਨਾਰਿਆਂ ਤੱਕ ਪਾਣੀ ਲਿਜਾਣ ਲਈ ਵੱਟਾਂ ਦੇ ਵਿਚਕਾਰ ਦੀ ਜਗ੍ਹਾ, ਕੁੱਜਾ ਮਿੱਟੀ ਦਾ ਛੋਟਾ ਘੜੇ ਵਰਗਾ ਭਾਂਡਾ, ਨਮੋੜੀਆਂ ਨਿੰਮ ਨੂੰ ਲੱਗਣ ਵਾਲਾ ਫਲ, ਹੱਥ ਬੰਨ੍ਹ ਕੇ ਖੜਨਾ, ਹੱਥ ਜੋੜ ਕੇ ਖੜੇ ਹੋਣਾ, ਪਾਲ ਕਤਾਰ, ਅੜਿੱਕਾ ਰੋਕ, ਸ਼ੈ ਹੁੰਦਾ ਚੀਜ਼, ਧੀਰਜ ਹੌਂਸਲਾ, ਡਰਾਕਰ ਡਰਪੋਕ ਜਿਹਾ, ਤਰੇਲੀਆਂ ਆਉਣੀਆਂ ਡਰ ਨਾਲ ਘਬਰਾ ਜਾਣਾ, ਬੈਠਕ ਘਰ ਵਿੱਚ ਬੈਠਣ ਵਾਲਾ ਕਮਰਾ, ਸਵਾਰਥੀ ਮਤਲਬ ਕੱਢਣ ਵਾਲਾ, ਰੜਾ ਰੜਾ ਹੁੰਦਾ ਹੈ ਖਾਲੀ। ਅੱਗੇ ਹੈ ਕੁਝ ਯਾਦ ਰੱਖਣ ਯੋਗ ਗੱਲਾਂ। ਰੁੱਖ ਵੀ ਸਜੀਵ ਹੁੰਦੇ ਹਨ। ਇਹ ਵੀ ਸਾਡੇ ਵਾਂਗ ਖਾਂਦੇ ਪੀਂਦੇ ਅਤੇ ਮਹਿਸੂਸ ਕਰਦੇ ਹਨ। ਬੱਚੋ ਇੱਕ ਸਜੀਵ ਵਸਤੂਆਂ ਹੁੰਦੀਆਂ ਅਤੇ ਇੱਕ ਹੁੰਦੀਆਂ ਨਿਰਜੀਵ। ਸਜੀਵ ਵਸਤੂਆਂ ਹੁੰਦੀਆਂ ਜਿਹੜੀਆਂ ਚੱਲ ਫਿਰ ਸਕਦੀਆਂ, ਸਾਹ ਲੈ ਸਕਦੀਆਂ ਹੈ, ਖਾ ਪੀ ਸਕਦੀਆਂ, ਠੀਕ ਹੈ, ਉਹ ਹੁੰਦੀਆਂ ਨੇ ਸਜੀਵ ਵਸਤੂਆਂ। ਅਤੇ ਇੱਕ ਨਿਰਜੀਵ ਵਸਤੂਆਂ ਹੁੰਦੀਆਂ ਜਿਹੜੀਆਂ ਖਾ ਪੀ ਨਹੀਂ ਸਕਦੀਆਂ, ਨਾ ਚੱਲ ਫਿਰ ਸਕਦੀਆਂ ਅਤੇ ਨਾ ਹੀ ਵੱਧ ਫੁੱਲ ਸਕਦੀਆਂ ਹਨ, ਉਹ ਹੁੰਦੀਆਂ ਨਿਰਜੀਵ ਵਸਤੂਆਂ। ਅਤੇ ਰੁੱਖ ਜਿਹੜੇ ਆ ਸਜੀਵ ਹਨ, ਜਿਹੜੇ ਖਾਂਦੇ ਪੀਂਦੇ ਆ ਅਤੇ ਹਰ ਇੱਕ ਗੱਲ ਨੂੰ ਮਹਿਸੂਸ ਕਰਦੇ ਹਨ। ਸਾਡੀ ਧਰਤੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਬੱਚਿਓ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਲਈ ਜਿਹੜੇ ਰੁੱਖ ਹੈ ਸਾਡੀ ਬਹੁਤ ਹੀ ਸਹਾਇਤਾ ਕਰਦੇ ਹਨ। ਇਸ ਲਈ ਸਾਨੂੰ ਜਿਹੜੇ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਸ਼ੁੱਧ ਤੇ ਸਾਫ਼ ਆਕਸੀਜਨ ਮਿਲਦੀ ਹੈ। ਹਰ ਬੱਚੇ ਨੂੰ ਆਪਣੇ ਜਨਮ ਦਿਨ ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਅੱਗੇ ਹੈ ਪਾਠ ਦਾ ਜਵਾਨੀ ਅਭਿਆਸ। ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ? ਅਮਰੀਕ ਸਿੰਘ ਨੂੰ ਕੁਹਾੜੇ ਨੇ ਕਿਹਾ ਕਿ ਮੈਂ ਹੋਰ ਰੁੱਖ ਨਹੀਂ ਵੱਢ ਸਕਦਾ। ਕੰਬਾਈਨ ਕੀ ਹੁੰਦੀ ਹੈ? ਕੰਬਾਈਨ ਹੁੰਦੀ ਹੈ ਕਣਕ ਜਾਂ ਝੋਨੇ ਦੀ ਫਸਲ ਨੂੰ ਵੱਢਣ ਲਈ ਜਿਹੜੀ ਮਸ਼ੀਨ ਵਰਤੀ ਜਾਂਦੀ ਹੈ ਉਸ ਨੂੰ ਕਹਿੰਦੇ ਹਨ ਕੰਬਾਈਨ। ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਕਿਸ ਤੋਂ ਬਣਾਉਂਦੀ ਸੀ? ਨਿਮੋਲੀਆਂ ਤੋਂ। ਨਿਮੋਲੀਆਂ ਤੋਂ। ਕਹਾਣੀ ਵਿੱਚ ਆਪਣਾ ਜਨਮ ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ? ਗੁਰਦੀਪ ਨੇ, ਅਮਰੀਕ ਸਿੰਘ ਦੇ ਬੇਟੇ ਨੇ, ਗੁਰਦੀਪ ਨੇ। ਅੱਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ? ਕਿਉਂਕਿ ਨਿੰਮ ਦਾ ਦਰਖਤ ਕਣਕ ਤੇ ਝੋਨੇ ਦੀ ਵਢਾਈ ਦੇ ਵੇਲੇ ਕੰਬਾਈਨ ਨੂੰ ਅੜਿੱਕਾ ਆਉਂਦਾ ਸੀ। ਨੰਬਰ 2 ਤੇ ਹੈ ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ? ਕਿਉਂਕਿ ਖੇਤ ਵਿੱਚ ਇੱਕੋ ਹੀ ਦਰਖਤ ਸੀ। ਜੇਕਰ ਇਸ ਨੂੰ ਵੀ ਵੱਢ ਦਿੱਤਾ ਤਾਂ ਪੰਛੀ ਆਲਣੇ ਕਿੱਥੇ ਬਣਾਉਣਗੇ, ਆਂਡੇ ਕਿੱਥੇ ਦੇਣਗੇ ਤੇ ਮੀਂਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੂਗਾ? ਅੱਗੇ ਹੈ ਪ੍ਰਸ਼ਨ ਨੰਬਰ 3। ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ? ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਤੇਰੇ ਬਾਬੇ ਨੇ 4 ਰੁੱਖ ਲਾਏ ਸਨ, ਉਹਨਾਂ ਵਿੱਚੋਂ 3 ਤੂੰ ਵੱਢ ਲਏ ਹਨ ਪਰ ਲਗਾਇਆ ਇੱਕ ਵੀ ਨਹੀਂ। ਇਹਨਾਂ ਰੁੱਖਾਂ ਦੇ ਸਹਾਰੇ ਹੀ ਸਾਰੇ ਜਿਹੜੇ ਜੀਵ ਜੰਤੂ ਹੈ ਉਹ ਜਿਉਂਦੇ ਹਨ। ਇਹ ਹੈ ਨੰਬਰ 4। ਕਹੀ ਕਿਉਂ ਹੱਸ ਪਈ? ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਹੱਸ ਪਈ। ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ? ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਰੁੱਖ ਪੰਛੀਆਂ ਲਈ ਰਹਿਣ ਬਸੇਰਾ ਹਨ। ਰੁੱਖਾਂ ਤੋਂ ਸਾਨੂੰ ਫਲ, ਲੱਕੜੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਅੱਗੇ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕਹੀ ਦਲੀਪ ਕਹੀ ਮੋਢੇ ਤੇ ਰੱਖ ਕੇ ਨਿੰਮ ਕੋਲ ਗਿਆ। ਅੱਗੇ ਹੈ ਨਿੰਮ ਦੇ ਬਹੁਤ ਸਾਰੇ ਲਾਭ ਹਨ। ਰੁੱਖ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਧਰਤੀ ਤੇ ਰੁੱਖ ਨਾ ਰਹੇ ਤਾਂ ਕੋਈ ਵੀ ਜੀਵ ਜੰਤੂ ਨਹੀਂ ਰਹੇਗਾ। ਨਿਮੋਲੀਆਂ ਦਾ ਸਾਬਣ ਬਣਾਇਆ ਜਾ ਸਕਦਾ ਹੈ। ਅੱਗੇ ਹੈ ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ।
कही कहियां, बेरी बेरियां, रुख रुखां, कणक कणकां, रोटी रोटियां, जड़ जड़ां, पंछी पंछियां, गल गल्लां, लकड़ी लकड़ियां, खेत खेतां। ਅੱਗੇ ਹੈ ਇਸ ਪਾਠ ਵਿੱਚ ਆਏ ਸੰਦਾਂ ਦੇ ਨਾਂ ਲਿਖੋ। ਆਮ ਵਰਤੇ ਜਾਂਦੇ 5 ਸੰਦਾਂ ਦੇ ਨਾਂ ਲਿਖੋ। ਕਹੀ, ਹਲ, ਪੰਜਾਲੀ, ਕੁਹਾੜਾ ਅਤੇ ਦਾਤੀ। ਸ਼ੁੱਧ ਕਰਕੇ ਲਿਖੋ। ਇਹ ਹੇਠਾਂ ਲਿਖੇ ਗਏ ਸ਼ਬਦ ਜਿਹੜੇ ਹੈ ਕੁਝ ਗਲਤੀਆਂ ਕੀਤੀਆਂ ਹੋਈਆਂ, ਇਹਨਾਂ ਨੂੰ ਅਸੀਂ ਸਹੀ ਕਰਕੇ ਲਿਖਣਾ ਹੈ। ਆਲਣਾ, ਠੀਕ ਹੈ, ਮੀਂਹ, ਰੁੱਖ, ਨਿੰਮ, ਸ਼ਹਿਰ, ਮੂੰਹ, ਇਹਨਾਂ ਸ਼ਬਦਾਂ ਨੂੰ ਅਸੀਂ ਸ਼ੁੱਧ ਕਰਕੇ ਲਿਖਣਾ ਹੈ। ਅੱਗੇ ਹੈ ਪ੍ਰਸ਼ਨ ਨੰਬਰ ਗੱਗਾ। ਹੇਠਾਂ ਦਿੱਤੀਆਂ ਖਾਲੀ ਥਾਵਾਂ ਵਿੱਚੋਂ ਢੁਕਵੀਂ ਕਿਰਿਆ ਲਿਖੋ। ਪਹਿਲਾ ਹੈ ਕੰਬਾਈਨ ਨੂੰ ਬੇਰੋਕ ਡੈਸ਼ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ। ਬੇਰੋਕ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਲਗਾਇਆ ਸੀ। ਕੁਹਾੜਾ ਧੀਰਜ ਨਾਲ ਡੈਸ਼ ਬੋਲਿਆ, ਪਹਿਲਾਂ ਰੋਟੀ ਖਾ ਲਓ, ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਭਗਵਾਨ ਕੋਲ ਖਿੜ ਖਿੜ ਹੱਸ ਰਹੀ ਸੀ।